ਹੈਲੋ ਸਟੂਡੈਂਟਸ, ਵੈਲਕਮ ਬੈਕ। ਆਪਾਂ ਕੱਲ +1 ਦੇ ਵਿੱਚ ਸੈੱਟ ਪੜ੍ਹੇ ਸੀ। ਸੈੱਟ ਦੇ ਕੁਝ ਸਮ ਕੀਤੇ ਸੀ। ਸੈੱਟ ਦੇ ਵਿੱਚ ਕੀ ਪੜ੍ਹਿਆ ਸੀ? ਫਾਈਨਾਈਟ ਸੈੱਟ, ਇਨਫਾਈਨਾਈਟ ਸੈੱਟ, ਸੈੱਟ ਰਿਪਰੈਜ਼ੈਂਟ ਕਿੱਦਾਂ ਹੁੰਦਾ, ਸੈੱਟ ਦੇ ਐਲੀਮੈਂਟ ਬ੍ਰੈਕਟ ਦੇ ਵਿੱਚ ਹੁੰਦਾ, ਸੈੱਟ ਡਿਨੋਟ ਕਿਹਦੇ ਨਾਲ ਹੁੰਦਾ? ਕੈਪੀਟਲ ਅਲਫਾਬੈਟ ਨਾਲ। ਅਗਰ ਸੈੱਟ ਦੇ ਵਿੱਚ ਐਲੀਮੈਂਟ ਹੋਣ ਤਾਂ ਆਪਾਂ ਉਹਨੂੰ ਕਹਿੰਦੇ ਆ ਬਿਲੋਂਗ ਕਰਦੇ ਆ, ਅਗਰ ਨਹੀਂ ਹੋਣ ਤੇ ਡਜ਼ ਨੋਟ ਬਿਲੋਂਗਸ, ਹੈ ਨਾ। ਫਾਈਨਾਈਟ ਸੈੱਟ, ਇਨਫਾਈਨਾਈਟ ਸੈੱਟ। ਹੁਣ ਫਿਰ ਆਪਾਂ ਉੱਥੇ ਪੜ੍ਹਿਆ ਸੀ ਸੈੱਟ ਦੀਆਂ, ਸੈੱਟ ਨੂੰ ਆਪਾਂ ਦੋ ਤਰ੍ਹਾਂ ਲਿਖ ਸਕਦੇ ਹਾਂ। ਇੱਕ ਪੜ੍ਹੀ ਸੀ ਰੋਸਟਰ ਟੈਬੂਲਰ ਫਾਰਮ, ਰੋਸਟਰ ਫਾਰਮ ਜਾਂ ਟੈਬੂਲਰ ਫਾਰਮ, ਤੇ ਦੂਜੀ ਕਿਹੜੀ ਪੜ੍ਹੀ ਸੀ? ਸੈੱਟ ਬਿਲਡਰ ਫਾਰਮ, ਹੈ ਨਾ। ਆਪਾਂ ਉਹੀ ਚੀਜ਼ ਨੂੰ ਅੱਜ ਡਿਟੇਲ 'ਚ ਕਰਾਂਗੇ। ਕੱਲ ਥੋੜ੍ਹਾ ਜਿਹਾ ਕੀਤਾ ਸੀ ਉਹ 'ਚ। ਸੈੱਟ ਰੋਸਟਰ ਫਾਰਮ ਜਾਂ ਟੈਬੂਲਰ ਫਾਰਮ ਕੀ ਹੁੰਦੀ ਸੀ? ਜਦੋਂ ਸੈੱਟ ਦੇ ਵਿੱਚ ਆਪਾਂ ਕੱਲਾ ਕੱਲਾ ਐਲੀਮੈਂਟ ਲਿਖ ਦਈਏ, ਜਿਹੜਾ ਸੈੱਟ ਸਾਨੂੰ ਬਣਾਉਣ ਨੂੰ ਕਿਹਾ ਹੈ ਨਾ। ਜਿੱਦਾਂ ਆਪਾਂ ਐਗਜ਼ਾਮਪਲ ਇਹੀ ਸੈੱਟ ਆਫ ਨੈਚੁਰਲ ਨੰਬਰਸ, ਜਾਂ ਵਰਡਿੰਗ 'ਚ ਲਿਖ ਲਓ ਜਾਂ ਕੱਲਾ ਕੱਲਾ ਨੈਚੁਰਲ ਨੰਬਰ ਲਿਖ ਦਿਓ, ਕੱਲਾ ਕੱਲਾ ਐਲੀਮੈਂਟ ਲਿਖ ਦਿਓ, ਉਹਨੂੰ ਆਪਾਂ ਕੀ ਬੋਲਦੇ ਸੀ? ਟੈਬੂਲਰ ਫਾਰਮ ਜਾਂ ਰੋਸਟਰ ਫਾਰਮ। ਤੇ ਜਦੋਂ ਆਪਾਂ ਇੱਕ ਜਨਰਲੀ ਲਿਖ ਦਈਏ ਤੇ ਉਹ ਕੀ ਹੁੰਦੀ ਸੀ? ਸੈੱਟ ਬਿਲਡਰ ਫਾਰਮ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਇਹ ਆਪਾਂ ਅੱਜ ਸਮ ਕਰਨੇ ਆ। ਇਹ ਸਾਨੂੰ ਸੈੱਟ ਬਿਲਡਰ ਫਾਰਮ 'ਚ ਲਿਖਿਆ ਤੇ ਉਹਨੇ ਸਾਨੂੰ ਕੀ ਕਿਹਾ ਕਿ 'ਚ ਲਿਖੋ ਰੋਸਟਰ ਫਾਰਮ 'ਚ। ਰਾਈਟ ਦਾ ਫੋਲੋਇੰਗ ਇਨ ਰੋਸਟਰ ਫਾਰਮ। ਰਾਈਟ ਦਾ ਫੋਲੋਇੰਗ ਸੈੱਟ, write the following set in roster form। ਇਹ ਤੁਹਾਨੂੰ ਦਿੱਤਾ A, ਇਹਨੂੰ ਕੀ ਲਿਖੋ ਤੁਸੀਂ? ਰੋਸਟਰ ਫਾਰਮ 'ਚ। ਕਿੱਦਾਂ? ਇਹ ਆ ਗਿਆ ਸੈਟ A, x is an integer, ਜਿੱਦਾਂ ਨੇ ਲਿਖਿਆ ਸੈਟ ਹੈਗਾ A, ਇਹ ਸੈਟ ਬਿਲਡਰ ਫਾਰਮ ਲਿਖਿਆ। ਇਹ ਤੁਹਾਨੂੰ ਸਾਰੇ ਆਲਰੇਡੀ ਸੈੱਟ ਦਿੱਤੇ ਦੇ ਆ। ਕਿਹੜੀ ਫਾਰਮ 'ਚ ਲਿਖੇ ਦੇ ਆ? ਸੈੱਟ ਬਿਲਡਰ। ਇਹ 'ਚ ਤੁਹਾਨੂੰ ਇਹ ਵੀ ਕਲੀਅਰ ਹੋ ਜਾਣਾ ਵੀ ਸੈੱਟ ਬਿਲਡਰ ਕਿਹਨੂੰ ਕਹਿੰਦੇ ਤੇ ਰੋਸਟਰ ਕਿਹਨੂੰ ਕਹਿੰਦੇ ਆ। ਵੈਸੇ ਇਹ ਸਮ 'ਚੋਂ ਨੇ ਕੀ ਕਿਹਾ? ਰੋਸਟਰ ਫਾਰਮ ਦਿੱਤੀ ਹੈ, ਸੌਰੀ ਸੈੱਟ ਬਿਲਡਰ ਫਾਰਮ ਦਿੱਤੀ ਹੈ ਤੇ ਰੋਸਟਰ ਫਾਰਮ 'ਚ ਲਿਖੋ। ਸੈੱਟ ਬਿਲਡਰ ਫਾਰਮ ਜਿੱਦਾਂ ਲਿਖਿਆ, ਕਹਿੰਦਾ A ਕੀ ਹੈ? ਸੈੱਟ। ਸੈੱਟ ਦੇ ਵਿੱਚ ਕੀ ਹੈ? x ਕੀ ਹੈ? ਇੰਟੀਜਰ। ਕਿਹੜਾ ਇੰਟੀਜਰ? -3 ਤੇ 7 ਦੇ ਵਿਚਕਾਰ x। ਇਹਦਾ ਮਤਲਬ ਇਹ ਸੈੱਟ ਬਿਲਡਰ ਫਾਰਮ ਆ ਗਈ, ਇਹ ਸੈੱਟ ਬਿਲਡਰ ਫਾਰਮ ਆ ਗਈ। ਅਗਰ ਇਹਨੂੰ ਤੁਸੀਂ ਰੋਸਟਰ ਫਾਰਮ ਲਿਖਣਾ ਹੈ, ਇਹ ਆਨਸਰ ਹੈ, ਇਹ ਸਟੇਟਮੈਂਟ ਹੈ ਤੇ ਇਹ ਆਨਸਰ ਸੋਲੂਸ਼ਨ। ਤਾਂ ਹੀ ਥੋੜੀ ਥੋੜੀ ਜਗ੍ਹਾ ਵਿੱਚ ਛੱਡੀ ਦੀ ਹੈ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਥੋੜਾ ਸਾਈਡ ਤੇ ਲਿਖ ਦਿੰਦਾ ਇੱਧਰ। ਇਹਦਾ ਸੋਲੂਸ਼ਨ ਕੀ ਹੋਏਗਾ? ਇਹਦੇ ਵਿੱਚ ਕਿਹੜੇ ਸੈੱਟ ਐਲੀਮੈਂਟ ਹੋਣਗੇ? ਇਹ ਸੋਲੂਸ਼ਨ ਹੈ। A ਸੈੱਟ ਦੇ ਵਿੱਚ ਕਿਹੜੇ ਐਲੀਮੈਂਟ ਹੋਣਗੇ? ਇੰਟੀਜਰ x। A ਸੈੱਟ ਦੇ ਵਿੱਚ ਕੀ ਹੋਏਗਾ? x ਦਾ ਮਤਲਬ ਕੀ ਹੈ? ਇੰਟੀਜਰ। ਇੰਟੀਜਰ ਕਿਹੜੇ ਇੰਟੀਜਰ? ਜਿਹੜੇ -3 ਤੇ 7 ਦੇ ਵਿੱਚ ਹੈ। ਹੁਣ ਤੁਸੀਂ ਦੇਖੋ, ਅੱਛਾ ਮਾਈਨਸ ਇਕੁਅਲ ਟੂ ਨਹੀਂਗਾ, ਇਹਦਾ ਮਤਲਬ -3 ਤੇ 7 ਨਹੀਂ ਲੈਣੇ। -3 ਤੇ 7 ਦੇ ਵਿੱਚ ਕਿਹੜੇ ਕਿਹੜੇ ਇੰਟੀਜਰ ਆਉਂਦੇ ਆ? ਇੱਕ -2, -1, 0, 1, 2, ਕਾਫੀ ਹੋ ਜਾਣੀ ਹੈ ਨਾ। ਤੁਸੀਂ ਇਦਾਂ ਕਰੋ, ਇੱਥੇ ਲਿਖ ਲਓ, ਹੈ ਨਾ। ਮੈਂ ਆਪਣੇ ਵੱਲੋਂ ਪਹਿਲਾਂ ਸਟੇਟਮੈਂਟ ਲਿਖ ਲਈ ਸੀ ਤਾਂ ਕਿ ਟਾਈਮ ਬਚ ਜੇ। A ਸੈੱਟ ਤੇ ਕੀ ਆ ਗਿਆ? -3, ਸੌਰੀ -3, -2, -1, 0, 1, 2, 3, 4, 5 ਤੇ 6। ਇਹਨੂੰ ਆਪਾਂ, ਇਹ ਦੋਨੋਂ ਦਾ ਸੈੱਟਾਂ ਦਾ ਮਤਲਬ ਸੇਮ ਹੀ ਹੈ। ਇਹ ਦੋਨੋਂ ਸੈੱਟ ਸੇਮ ਹੀ ਹੈ। ਇਹ ਸਿਰਫ ਕੀ ਲਿਖਿਆ ਆਪਾਂ ਨੇ? ਰੋਸਟਰ ਫਾਰਮ ਜਾਂ ਟੈਬੂਲਰ ਫਾਰਮ। ਤੇ ਇਹ ਕੀ ਹੈ? ਸੈੱਟ ਬਿਲਡਰ ਫਾਰਮ। ਇਹ ਸਾਰੇ ਕੁਐਸਚਨ 'ਚ ਸਾਨੂੰ ਉਹਨੇ ਇਹੀ ਕਿਹਾ ਵੀ ਤੁਹਾਨੂੰ ਸੈੱਟ ਬਿਲਡਰ ਫਾਰਮ ਦਿੱਤੀ ਹੈ ਤੇ ਤੁਸੀਂ ਉਹਨੂੰ ਕਿਹ 'ਚ ਲਿਖ ਦੇਣਾ ਹੈ? ਰੋਸਟਰ ਫਾਰਮ 'ਚ। ਇਹ ਸੈੱਟ ਬਿਲਡਰ ਫਾਰਮ ਹੈ ਵੀ A ਸੈੱਟ ਤੇ ਕੀ ਹੈ? x ਕੀ ਹੈ? ਇੰਟੀਜਰ। ਹੁਣ ਇੰਟੀਜਰ ਤੇ ਬਹੁਤ ਸਾਰੇ ਹੈ, ਪਰ ਉਹਨੇ ਡਿਫਾਈਨ ਵੀ ਕਰਤਾ ਕਿਹੜਾ ਇੰਟੀਜਰ? -3 ਤੇ 7 ਦੇ ਵਿਚਕਾਰ। ਇਹ ਸੈੱਟ ਬਿਲਡਰ ਹੈ ਤੇ ਇਹ ਕਿਹੜੀ ਆ ਗਈ? ਰੋਸਟਰ ਫਾਰਮ। ਦੋਨੋਂ ਕੀ ਹੈ? ਸੇਮ। ਹੁਣ ਇਹ ਦੇਖੋ B, ਅੱਛਾ B ਸੈੱਟ ਕੀ ਹੋ ਗਿਆ? ਉਹਨੇ ਕੀ ਕਹਿਤਾ? B 'ਚ ਕੀ ਆ ਗਿਆ? ਮੈਂ ਤੇ ਸਾਹਮਣੇ ਲਿਖ ਦੇਣਾ। B ਕੀ ਆ ਗਿਆ? x। B ਕੀ ਹੈ? ਸੈੱਟ। ਸੈੱਟ ਵਿੱਚ ਕੀ ਹੈ? ਦੇਖੋ ਇਹ ਸੈੱਟ ਸਿਰਫ ਹੈ, ਸਾਰਾ ਕੁਝ ਸੇਮ ਹੀ ਹੈ। ਇਹ ਦੋਨੋਂ ਦਾ ਮਤਲਬ ਸੇਮ ਹੀ ਹੈ। ਸਿਰਫ ਇਹ ਰੋਸਟਰ ਫਾਰਮ ਹੈ। ਰੋਸਟਰ ਟੈਬੂਲਰ ਫਾਰਮ ਮਤਲਬ ਜਦੋਂ ਸੈੱਟ ਦੇ ਵਿੱਚ ਕੱਲਾ ਕੱਲਾ ਐਲੀਮੈਂਟ ਰਿਪਰੈਜ਼ੈਂਟ ਹੋ ਜੇ। ਤੇ ਸੈੱਟ ਬਿਲਡਰ ਜਿੱਦਾਂ ਇੰਗਲਿਸ਼ ਦਾ ਵਰਡ ਇੰਡੀਕੇਟ ਕਰਦੇ ਆ, ਸੈੱਟ ਬਿਲਡਰ ਮਤਲਬ ਇੱਕ ਜਨਰਲ ਐਲੀਮੈਂਟ ਲਿਖ ਦੋ ਜਿਹੜਾ ਪੂਰੇ ਦਾ ਪੂਰਾ ਸੈੱਟ ਰਿਪਰੈਜ਼ੈਂਟ ਕਰ ਦੇ। ਇੱਕ ਆਪਾਂ ਸਾਰੇ ਕੱਲੇ ਕੱਲੇ ਐਲੀਮੈਂਟ ਲਿਖਤੇ, ਇਹਦੇ ਵਿੱਚ ਇਹਦਾ ਵੀ ਤਾਂ ਮਤਲਬ ਉਹੀ ਹੈ ਵੀ x ਕੀ ਹੈ? ਇੰਟੀਜਰ। ਕਿਹੜਾ ਇੰਟੀਜਰ? -3 ਤੇ 7 ਦੇ ਵਿਚਕਾਰ।
बेसिकली ये समझने की गई तुहानू सैट बिल्डर फॉर्म गिवन है तो की लिखना है टैबुलर फॉर्म। हुण इहदा सोल्यूशन देखो, इहदा मतलब बी च की आ गया, बी च की आ गया एक्स, एक्स की गया नैचुरल नंबर, नैचुरल नंबर कितों शुरू होंगे 1 तो, किहड़े नैचुरल नंबर लैस दैन 6। हुण 6 तो छोटे नैचुरल नंबर किहड़े होंदे हैं 1 2 3 4 ते 5, ए ते ए दोनों का मतलब सेम है, सिर्फ ए केड़ी आ गई टैबुलर फॉर्म ते है सैट बिल्डर फॉर्म। मैं रब कर देना है। तीजा देखो स्टेटमेंट तेरे सामने है, सोल्यूशन में लिखा लगा सी सैट दे विच, फिर सी सैट आ गया, सी सैट दे विच किहड़े एलिमेंट है एक्स, एक्स की रिप्रेजेंट करन दिया 2 डिजिट नेचुरल नंबर, नेचुरल नंबर 2 डिजिट वाले नेचुरल नंबर किहड़े हुंदे हैं 10 तो लैके 99 तक, है ना। 2 डिजिट नेचुरल नंबर किहड़े हुंदे हैं 10 तो लैके 99 तक। कहंदा सी सैट दे विच की आंदे 2 डिजिट नेचुरल नंबर सच दैट सम ऑफ इट्स डिजिट इज 8। ਉਹ 2 डिजिट नंबर लवो ਜਿਹੜੇ ਦੋਵਾਂ ਡਿਜਿਟਾਂ ਦਾ ਸਮ ਕਰੋ ਤੇ ਕਿੰਨਾ ਆ ਜੇ 8। ਇਹ ਸੈਟ ਬਿਲਡਰ ਫਾਰਮ ਹੈ। ਆਪਾਂ ਰੋਸਟਰ 'ਚ ਲਿਖਣਾ ਹੈ, ਰੋਸਟਰ ਦੇ ਵਿੱਚ ਕੀ ਹੁੰਦਾ ਕੱਲਾ ਕੱਲਾ ਐਲੀਮੈਂਟ ਆ ਜਾਂਦਾ। ਅੱਛਾ ਹੁਣ ਦੱਸੋ ਕਿਹੜੇ 2 ਡਿਜਿਟ ਨੰਬਰ ਹੈ ਜਿਨ੍ਹਾਂ ਦਾ ਸਮ ਕਰੀਏ ਤੇ ਕੀ ਬਣ ਜੇ 8। ਜਿੱਦਾਂ 2 डिजिट नंबर जिदा 17 आ गया, पहला 17 दोनों का सम करो कितना बन गया 8। इस तो बाद 2 डिजिट नंबर 26 दोनों का सम करो कितना बन गया 8। फिर अगे 35, फिर उदा ही 44, 53, 62, 71 ते 80, 80। बस इस तो इलावा कोई नहीं होने। 9 वाली लाइन च कोई नहीं होना, 90 और फिर 9 बन जाता सर। ਇਹ ਦੋਨੋਂ ਦਾ ਮਤਲਬ ਸੇਮ ਹੀ। ਇਹ ਕੀ ਸੀ ਇਹ ਸਾਨੂੰ ਸਟੇਟਮੈਂਟ ਹੈ, ਆਨਸਰ ਹੈ। ਇਹ ਗਿਆ ਸੀ ਸੈਟ ਬਿਲਡਰ ਫਾਰਮ ਤੇ ਇਹ ਕੀ ਆ ਗਿਆ ਉਹਦਾ ਆਨਸਰ ਰੋਸਟਰ ਫਾਰਮ। ਸਟੇਟਮੈਂਟ ਉਹਨੇ ਇਹੀ ਕਿਹਾ ਸੀ ਰਾਈਟ ਦਾ ਫੋਲੋਇੰਗ ਸੈਟ ਇਨ ਰੋਸਟਰ ਫਾਰਮ। ਰੋਸਟਰ ਫਾਰਮ ਬੋਲ ਦੋ ਜਾਂ ਟੈਬੂਲਰ ਫਾਰਮ, ਦੋਨਾਂ ਦਾ ਮਤਲਬ ਸੇਮ ਹੀ। ਹੁਣ ਇੱਕ फोर्थ ਅੱਗੇ ਦੇਖੋ ਫਿਫਥ ਪਾर्ट, ਇੱਕ ਮੈਂ ਛਡਾਤਾ ਵਿੱਚੋਂ। ਫਿਫਥ ਦੇਖੋ ਸੈਟ ਆਫ ਆਲ ਲੈਟਰ, ਈ ਕੀ ਆ ਗਿਆ ਈ ਸੈਟ ਚ ਕੀ ਆ ਗਿਆ ਸੈਟ ਆਫ ਆਲ ਲੈਟਰਸ ਆਫ ਵਰਡ ਟ੍ਰਿਗਨੋਮੈਟਰੀ। मतलब ई सैट दे विच किदां दे एलिमेंट आउणगे ਉਹ ਸਾਰੇ ਲੈਟਰ ਜਿਹੜੇ ਟ੍ਰਿਗਨੋਮੈਟਰੀ ਵਰਡ 'ਚ ਯੂਜ਼ ਹੁੰਦੇ ਆ। ਹੁਣ ਤੁਸੀਂ ਦੇਖੋ ਟ੍ਰਿਗਨੋਮੈਟਰੀ ਦੇ ਵਿੱਚ ਕਿਹੜੇ ਕਿਹੜੇ ਅਲਫਾਬੈਟ ਯੂਜ਼ ਹੁੰਦੇ ਆ, ਲੈਟਰਸ ਯੂਜ਼ ਹੁੰਦੇ। ਇੱਕ ਟੀ, ਜਦੋਂ ਵੀ ਸੈੱਟ ਲਿਖਣਾ ਹੈ ਸੈੱਟ ਦੇ ਐਲੀਮੈਂਟ ਨੂੰ ਆਪਾਂ ਕੋਮਾ ਨਾਲ ਅਲੱਗ ਅਲੱਗ ਕਰਨਾ, ਸੈਪਰੇਟਡ ਬਾਈ ਕੋਮਾ। ਟੀ ਆਰ आई जी ओ एन, फिर ओ आ गया, ओ दोबारा नहीं लिखना क्योंकि कल मैं तुहानू यह भी कहा ही भी एक सैट दे विच एक एलीमेंट सिर्फ इक्को वारी आंदा, बार बार नहीं आंदा, याद रखना। जिदा ट्रिग्नोमैट्री आ गया ओ 2 बारी आ गया, आपां 2 बारी लिखना, इक्को बारी लिखना। एम ई टी फिर नहीं लिखना, लिखा गया। आर फिर नहीं लिखना, लिखा गया। ते वाई ए सैट ऑफ लैटर्स है जिहड़ा नू यूज करके आपां की बनाया ट्रिगोनोमैट्री। ठीक है, ये नाल दे दो पार्ट मैं छड़ाते हैं, वो खुद ट्राई करना, इदा ही है, इदा ही है। इस तो बाद आपां फिफ्थ पार्ट कर लिए, फिफ्थ करके फिर फोर्थ से आने हैं क्योंकि फिफ्थ च भी उन्हें की किया है, फिफ्थ च भी उन्हें यही कहा तुहानू सैट बिल्डर फॉर्म दी है। फिफ्थ सम च भी सैट बिल्डर फॉर्म दी है, तो आपां क्या लिखना है रोस्टर फॉर्म। पहला की आ गया ए की आ गया एक्स, एक्स इज एन ओड नेचुरल नंबर। उन्हें ऐ नहीं लिखा राइट द फॉलोइंग सेट इन रोस्टर फॉर्म, उन्हें लिस्ट द एलिमेंट ऑफ द फॉलोइंग सेट्स। फिफ्थ के ऊपर की लिखे था, मतलब यही है पर लिखा की है लिस्ट द एलिमेंट, लिस्ट द एलिमेंट्स, मतलब एलिमेंट लिखो केड़े केड़े होंगे, मतलब ਇਹਦੇ ਵਿੱਚ ਕੱਲਾ ਕੱਲਾ एलिमेंट लिखो। आ चीज वही गई, केड़ी फॉर्म लिखो रोस्टर या टैबुलर। हुन ओड नेचुरल नंबर केड़े ने, नेचुरल नंबर 1 ओड 3 5 7 9 सो जेड़ा खत्म ना होए, इनफाइनाइट सेट होए। इनफाइनाइट सेट मतलब जो साडे को सेट दे एलिमेंट की होंगे इनफाइनाइट, खत्म ही ना हो, ऐदा सोन पा के छड़ देना। उदा ही बी पार्ट देखो, 2-3 पार्ट मैं करवाना, बाकी कोई 6 पार्ट है, 3 मैं करवाना, 3 तुम करो ट्राई।
x is an integer, केड़े इंटीजर -1/2 x 9/2 है ना। x इज एन इंटीजर -1/2 मतलब x की आ गया जरा हमने पीछे किया नहीं सब x की आ गया इंटीजर केड़े इंटीजर -1/2 ਤੇ 9/2 ਦੇ ਵਿਚਕਾਰ। ਜੇ ਤੁਸੀਂ ਨੰਬਰ ਲਾਈਨ ਡਰਾ ਕਰਨੀ ਨੰਬਰ ਲਾਈਨ ਡਰਾ ਕਰ ਲਿਓ -1/2 मतलब 0.5 फिर 9/2 मतलब ਇਹਨੂੰ ਡਿਵਾਈਡ ਕਰੋ 4.5 मतलब ਇਹ 1 2 3 4 ਇੱਥੇ -1 ਹੋਣਾ ਨਾਲ ਹੈ ਨਾ ਇਹ -1 4 ਤੇ ਇੱਥੇ ਕੀ ਆਇਨਾ ਹੈ 9/2 9/2 मतलब 4.5 ਜਾਂ ਇਦਾਂ ਲਿਖ ਲਓ ਇਹ ਕੀ ਆ ਗਿਆ ਅੱਗੇ 5 ਤੇ ਇੱਥੇ ਕੀ ਆਇਨਾ ਹੈ 9/2 ਹੁਣ ਇਹ ਤੁਸੀਂ ਦੇਖੋ ਇੱਥੇ -1 ਤੇ ਇਹਦੇ ਵਿੱਚ ਕੀ ਆਇਨਾ ਹੈ -1/2 ਹੁਣ -1/2 ਤੇ 9/2 ਦੇ ਵਿੱਚ ਇੰਟੀਜਰ ਕਿਹੜੇ ਆ ਇੰਟੀਜਰ ਕਿਹੜੇ ਹੁੰਦੇ ਬਿਨਾ ਫ੍ਰੈਕਸ਼ਨ ਵਾਲੇ ਕਿਹੜੇ ਕਿਹੜੇ ਆ ਗਏ 0 1 2 3 ਤੇ 4 ਇਹ ਸੈਟ ਬਿਲਡਰ ਫਾਰਮ ਹੈ ਤੇ ਇਹ ਕਿਹੜੀ ਫਾਰਮ ਆ ਗਈ ਤੁਹਾਡੇ ਕੋਲ ਟੈਬੂਲਰ ਫਾਰਮ ਜਾਂ ਰੋਸਟਰ ਫਾਰਮ। ਇੱਕ ਪਾਰਟ ਹੋਰ ਕਰਵਾਉਣਾ ਇਹਦਾ ਉਹੀ ਆਈ ਜਾਂਦੇ ਜਿੱਦਾਂ ਆਪਾਂ ਪਿੱਛੇ ਕੀਤਾ ਥਰਡ ਵੀ ਕਰਨਾ C x is an integer x square less than equal to 4 C set ਚ ਕੀ ਆਂਡਿਆ ਦੇਖਣਾ C set ਚ ਕੀ ਆਂਡਿਆ x मतलब ਉਹ ਸਾਰੇ ਇੰਟੀਜਰ ਜਿਹਦਾ ਸਕੁਅਰ ਕਰੀਏ ਜਾਂ ਤਾਂ 4 ਆ ਜਾਏ ਜਾਂ 4 ਤੋਂ ਘੱਟ C ਸੈਟ ਚ ਕੀ ਆਂਡਿਆ x ਕੀ ਹੈ ਸੈਟ ਬਿਲਡਰ ਫਾਰਮ ਦਿੱਤੀ ਹੈ ਨਾ ਆਪਾਂ ਕੀ ਲਿਖਣਾ ਟੈਬੂਲਰ ਇਹਦਾ ਮਤਲਬ ਉਹੀ ਹੈ ਲਿਸਟ ਦਾ ਐਲੀਮੈਂਟ मतलब ਟੈਬੂਲਰ ਫਾਰਮ ਚ ਲਿਖ ਟੈਬੂਲਰ ਫਾਰਮ ਇਹੀ ਹੁੰਦੀ ਹੈ ਜਦੋਂ ਆਪਾਂ ਕੱਲਾ ਐਲੀਮੈਂਟ ਲਿਖ ਦਈਏ ਹੈ ਨਾ ਸਿਰਫ ਵਰਡਿੰਗ ਚੇਂਜ ਕੀਤੀ ਹੈ मतलब ਉਹੀ ਹੈ ਵੀ C ਚ ਕੀ ਆਂਡਿਆ x ਕੀ ਹੈ ਇੰਟੀਜਰ ਉਹ ਸਾਰੇ ਇੰਟੀਜਰ ਜਿਹਦਾ ਸਕੁਅਰ ਕਰੀਏ ਤੇ ਕਿੰਨਾ ਆ ਜਾਏ 4 ਜਾਂ 4 ਤੋਂ ਛੋਟਾ। ਹੁਣ ਇੰਟੀਜਰ ਕਿੱਥੋਂ ਸ਼ੁਰੂ ਹੁੰਦੇ ਆ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੀ 0 ਦਾ ਸਕੁਅਰ ਕਰੋਗੇ ਉਹ 0 ਦਾ ਸਕੁਅਰ ਕਰੋਗੇ ਕਿੰਨਾ ਆ ਗਿਆ ਉਹ 0 ਦਾ ਸਕੁਅਰ ਕਿੰਨਾ ਹੁੰਦਾ 0 4 ਤੋਂ ਛੋਟਾ ਹੈ ਬਿਲਕੁਲ ਛੋਟਾ ਹੈ 1 ਦਾ ਸਕੁਅਰ ਕਿੰਨਾ ਆ ਗਿਆ 1 4 ਤੋਂ ਛੋਟਾ ਹੈ ਬਿਲकुल छोटा है ਇਹਦਾ मतलब 1 भी आएगा ਆਪਾਂ x ਲੈਣਾ x ਸਕੁਅਰ ਨਹੀਂ x 2 ਦਾ ਸਕੁਅਰ ਕਿੰਨਾ ਆ ਗਿਆ 4 ਦੇ ਇਕੁਅਲ ਹੈ ਇਹਦਾ मतलब ਇਹ ਵੀ ਆ ਗਿਆ 4 नहीं 2 सॉरी 3 ਦਾ ਸਕੁਅਰ ਕਿੰਨਾ ਆ ਗਿਆ 9 4 ਤੋਂ ਛੋਟਾ ਨਹੀਂਗਾ ਇਹਦਾ मतलब 3 ਨਹੀਂ ਆਣਾ ਅੱਗੇ 4 5 6 ਸਾਰੇ ਕੀ ਹੋਏ ਨੇ 4 ਤੋਂ ਵੱਡੇ ਹੋਏ ਨੇ ਕੰਡੀਸ਼ਨ ਸੈਟੀਸਫਾਈ ਨਹੀਂ ਕਰ अब पॉजिटिव हो गए ਹੁਣ 네ਗੇਟਿਵ ਤੇ ਆ ਜਾਓ 네ਗੇਟਿਵ ਵੀ ਤਾਂ ਹੁੰਦੇ ਇੰਟੀਜਰਸ ਕਿਹੜੇ ਹੁੰਦੇ ਆ 0 1 2 3 ਕਰਦੇ ਜਾਓਗੇ -1 -2 ਇਦਾਂ ਸਾਰੇ ਹੈ ਨਾ ਪੋਜ਼ਿਟਿਵ 네ਗੇਟਿਵ ਸਾਰੇ ਚੈੱਕ ਕਰਨੇ ਪਿੱਛੇ ਸਮਝ ਕਿਹਾ ਹੀ ਇਹਨਾਂ ਨੇ ਨੈਚੁਰਲ ਨੰਬਰ ਤੇ ਫਿਰ ਆਪਾਂ ਨੈਚੁਰਲ ਨੰਬਰ ਲੈ ਲਏ ਇਹ ਤੇ ਫਿਰ -1 ਜਦੋਂ x ਨੂੰ -1 ਲਵਾਂਗੇ ਤੇ -1 ਦਾ ਸਕੁਅਰ ਕਰਾਂਗੇ -1 ਦਾ ਸਕੁਅਰ ਕਿੰਨਾ ਹੁੰਦਾ ਹੈ 1 4 ਤੋਂ ਛੋਟਾ ਹੈ ਬਿਲकुल ਛੋਟਾ ਹੈ ਇਹਦਾ मतलब -1 ਵੀ ਆ ਜਾਏਗਾ फिर उदा -2 भी आई ना -2 का स्क्वायर करेंगे कितना आना 4 ਦੇ ਇਕੁਅਲ ਆ ਗਿਆ ਇਕੁਅਲ ਵੀ ਲੈਣੇ ਇਹ ਤੁਹਾਡੇ ਕੋਲ ਕੀ ਬਣ ਗਿਆ C ਸੈਟ। ਇਹ ਗੱਲ 'ਚ ਕਦੀ ਕਨਫਿਊਜ਼ ਨਹੀਂ ਹੋਣਾ ਐ ਨਾ ਕਿਉਂ ਸਰ ਜੀ ਆਪਾਂ ਇਦਾਂ ਲਿਖ ਦਈਏ ਕੁਝ ਗਲਤ ਨਹੀਂ ਹੋਏਗਾ ਕੋਈ ਗਲਤ ਨਹੀਂ ਹੁੰਦਾ ਨਾ ਹਨਾ ਇਦਾਂ ਲਿਖ ਦਿਓ ਭਾਵੇਂ ਸੈੱਟ ਦੇ ਐਲੀਮੈਂਟ ਅਦਲਾ ਬਦਲੀ ਕਰਕੇ ਲਿਖ ਦਿਓ ਕੋਈ ਫਰਕ ਨਹੀਂ ਪੈਂਦਾ। ਮੈਂ ਇਦਾਂ ਤਾਂ ਲਿਖਿਆ ਜਿੱਦਾਂ ਨੰਬਰ ਲਾਈਨ ਲਿਖੀ ਦੀ ਹੈ ਨਾ ਪਹਿਲਾਂ 네ਗੇਟਿਵ ਵਾਲੇ ਫਿਰ 0 ਤੇ ਫਿਰ ਪੋਜ਼ਿਟਿਵ ਵਾਲੇ ਵੀ ਇਦਾਂ ਵੀ ਲਿਖ ਲੋਗੇ ਕੋਈ ਪ੍ਰੋਬਲਮ ਨਹੀਂ ਹੈ ਸ਼ਫਲ ਕਰ ਦੋਗੇ ਕੁਝ ਨਹੀਂ ਹੋਣਾ। ਹੁਣ ਸਾਡੇ ਕੋਲ ਫੋਰਥ ਸਮ ਹੈ ਜਿਹੜਾ ਮੈਂ ਵਿੱਚੋਂ ਛੱਡ ਗਿਆ ਸੀ ਇਹਦੇ ਤੇ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਆਣੀ ਹੈ। ਪ੍ਰੋਬਲਮ ਕੀ ਆਣੀ ਹੈ ਇਹਦੇ ਕਰਿਓ ਬਾਕੀ 2-3 ਪਾਰਟ ਜਿਹੜੇ ਗਏ ਹਨਾ 6 ਪਾਰਟ ਸੀ 3 ਮੈਂ ਕਰਵਾ ਤੇ 3 ਤੁਸੀਂ ਕਰਿਓ ਨਿਕਲ ਜਾਣੇ ਬੜੇ ਸਿੰਪਲ ਹੈ। ਫੋਰਥ ਸਮ ਦੇਖੋ ਇਹ ਚ ਤੁਸੀਂ ਫੋਰਥ ਸਮ ਦੇ ਵਿੱਚ ਕੀ ਗਾ ਸੀ ਇਹ ਇੱਥੇ ਕਨਫਿਊਜ਼ਨ ਹੋਣੀ ਹੈ ਉਲਟਾ ਆ ਗਿਆ ਫੋਰਥ ਦੇ ਵਿੱਚ। फोर्थ ਦੇ ਵਿੱਚ ਕੀ ਕਹਿੰਦਾ ਰਾਈਟ ਦਾ ਫੋਲੋਇੰਗ ਸੈਟ ਰਾਈਟ ਦਾ ਫੋਲੋਇੰਗ ਸੈਟ ਇਨ ਸੈਟ ਬਿਲਡਰ ਫਾਰਮ ਉਲਟਾ
देखो सैट बिल्डर तो टैबुलर फॉर्म लिखना सिंपल है, पर टैबुलर तो सैट बिल्डर फॉर्म लिखना टफ है। जिदा ए पार्ट आ गया, पहला पार्ट की आ गया, ये टोटल 5 पार्ट है, मैं 3 करवाना, 2 तुम ट्राई करो, जो नहीं होएगा मैनू मैसेज करियो मेरे व्हाट्सएप नंबर पर, मैं तुहानू सॉल्व कर दांगा फिर, है ना। जिन्हों कोई प्रॉब्लम होती है मैनू मैसेज कर दिया करो, नैक्सट वीडियो जो प्रॉब्लम सॉल्व हो जाएगी। पहला पार्ट है, दूजा की है 2 4 8 16 32, बस यही है। चलो एक और कर देने, थर्ड पार्ट 5 25 125 ਤੇ 625, ਇਹਦੇ 2 ਪਾर्ट रह गए, वो तुम खुद ट्राई करना। पहला पार्ट देखो, फर्स्ट पार्ट की देता तुहानू 3 6 9 ਤੇ 12, 3 6 9 ਤੇ 12। ਹੁਣ ਤੁਸੀਂ ਧਿਆਨ ਨਾਲ ਦੇਖੋ, ਇਹ ਤੁਹਾਨੂੰ ਇਦਾਂ ਨਹੀਂ ਲੱਗਣ ਇਹ ਕੀ ਗਿਆ ਹੈ, फर्स्ट 4 मल्टीपल ऑफ 3, ਤੁਸੀਂ ਧਿਆਨ ਨਾਲ ਦੇਖਣਾ ਇਹ ਕੀ ਗਿਆ ਹੈ, फर्स्ट 4 मल्टीपल ऑफ 3, 3 ਦਾ ਟੇਬਲ ਆਂਦਾ ਨਾ, ਉਹ फर्स्ट 4 मल्टीपल ऑफ 3, 3 ਦਾ ਟੇਬਲ ਆਂਦਾ ਕਿ ਨਹੀਂ, 3 1 ਦਾ 3, 3 2 ਦਾ 6, 3 3 ਦਾ 9, 3 4 ਦਾ 12। ਹੁਣ ਇਹਨੂੰ ਲਿਖੋਗੇ ਕਿਦਾਂ, ਪਹਿਲਾਂ ਤੁਹਾਨੂੰ ਨਾਮ ਦੇ ਦਿਓ ਆਪਣੇ ਵੱਲੋਂ A ਸੈੱਟ ਦੇ ਵਿੱਚ ਕੀ ਆ ਗਿਆ X, ਹੁਣ ਇਹਨੂੰ ਸੈੱਟ ਬਿਲਡਰ 'ਚ ਲਿਖਣਾ ਹੈ। ਸੈੱਟ ਬਿਲਡਰ मतलब ਜਿੱਦਾਂ ਪਿਛਲੇ ਸਾਹਮਣੇ ਕੀਤੇ ਉੱਤੇ ਸੈੱਟ ਬਿਲਡਰ ਗਿਵਨ ਹੀ ਤੇ ਆਪਾਂ ਟੈਬੂਲਰ 'ਚ ਲਿਖਿਆ ਸੀ, ਹੁਣ ਟੈਬੂਲਰ ਗਿਵਨ ਹੈ ਤੇ ਇਹਨੂੰ ਕੀ ਲਿਖਣਾ ਆਪਾਂ ਨੇ ਸੈੱਟ ਬਿਲਡਰ 'ਚ, है ना। ਇਹ ਧਿਆਨ ਰੱਖਣਾ, ਸੈੱਟ ਬਿਲਡਰ 'ਚ ਲਿਖਣਾ ਟਫ ਹੋ ਜਾਂਦਾ। ਇਹ ਕੀ ਹੈ ਫਸਟ 4 ਮਲਟੀਪਲ ਆਫ 3, ਇਹਨੂੰ ਲਿਖੋਗੇ ਕਿੱਦਾਂ, ਸੈੱਟ ਦੇ ਵਿੱਚ ਕੀ ਹੈ x ਕਿਹਦੇ ਇਕੁਅਲ ਹੈਗਾ 3n, 3 into n, 3 ਦਾ ਮਲਟੀਪਲ 3m ਲਿਖਣਾ, m ਲਿਖ ਲਿਓ। n ਕਿਹਨੂੰ ਬਿਲੋਂਗ ਕਰਨ ਡਿਆ ਹੈ, ਨੈਚੁਰਲ ਨੰਬਰ, ਕਿਉਂਕਿ ਆਪਾਂ ਜਿਹੜਾ ਟੇਬਲ ਪੜ੍ਹਦੇ ਆ 3 1 ਦਾ 3 3 2 ਦਾ 6 ਹੈ ਨਾ, ਨੈਚੁਰਲ ਨੰਬਰ। n ਬਿਲੋਂਗਸ ਟੂ ਨੈਚੁਰਲ ਨੰਬਰ, ਇਹ ਕਲੀਅਰ ਹੈ। x is equal to 3n, n ਬਿਲੋਂਗਸ ਟੂ ਨੈਚੁਰਲ ਨੰਬਰ, ਐਂਡ ਇਹ n ਦੀ ਵੈਲਿਊ ਕਿਹਦੇ ਵਿੱਚ ਲਾਈ ਕਰਨ ਦੀ ਹੈ 1 ਤੇ 4 ਦੇ ਵਿੱਚ। ਜਿੱਦਾਂ ਆਪਾਂ x ਨਹੀਂ ਲਿਖਿਆ ਪਿੱਛੇ, और जिदा आप पिछे x लिखा ही उदा ही है कि आ गया n, x ए सैट, एनू की लिखा अपने टैबुलर तो सैट बिल्डर। ए सैट अपने वालों नाम दे दो, जो नहीं देना रहन दियो, है ना। पहला सैट की आ गया x, जनरली x लिखना है, x की है 3 का मल्टीपल 3n, n की होंगे 3 1 का 3 3 2 का 6, n मतलब नैचुरल नंबर। किहड़े नैचुरल नंबर, पहले 4 1 तो लैके 4 तक, ਇਹਦਾ मतलब ਇਹ बन गया n 3 1 ਦਾ 3 3 2 ਦਾ 6 3 3 ਦਾ 4 3 3 3 ਦਾ 9 3 4 ਦਾ 12। ਇਹ ਕੀ ਬਣ ਗਈ ਤੁਹਾਡੇ ਕੋ ਟੈਬੂਲਰ ਤੋਂ ਸੈੱਟ ਬਿਲਡਰ। ਉਦਾਂ ਹੀ ਸੈਕਿੰਡ ਪਾਰਟ ਦੇਖੋ, ਸੈਕਿੰਡ ਪਾਰਟ ਕੀ ਹੈ 2 4 8 16, ਇਹ ਧਿਆਨ ਨਾਲ ਦੇਖਣਾ, ਇਦਾਂ ਨਹੀਂ ਗਾ 2 ਦੀ ਪਾਵਰ 1 2 ਦੀ ਪਾਵਰ 2 2 ਦੀ ਪਾਵਰ 3 2 ਦੀ ਪਾਵਰ 4 ਤੇ 2 ਦੀ ਪਾਵਰ 5। 1 2 3 4 5 ऐसे की आ गए नेचुरल नंबर। लिखो सेट ते की आ गया x की क्या है 2 दी पावर n, 2 दी पावर की आ गई 1 2 3 4 होंगे ना, नेचुरल नंबर तो शुरू होंगे 2 दी पावर n की है नेचुरल नंबर। केड़े नेचुरल नंबर, सारे नहीं, सारे थोड़ा कित्थों तक गए हैं, सिर्फ ते सिर्फ पहले 5। जिदा सी ना है कि आई 3 3 1 ਦਾ 3 3 2 ਦਾ 6 3 3 ਦਾ 9 3 4 ਦਾ 12। ਐ ਲਿਖਿਆ ਨਾ x ਕੀ ਆ ਗਿਆ 3 ਦਾ ਮਲਟੀਪਲ 3n, n ਕੀ ਗਏ ਨੈਚੁਰਲ ਨੰਬਰ ਕਿਹੜੇ ਪਹਿਲੇ 4 1 2 4। ਉਦਾਂ ਹੀ ਆ ਗਿਆ 2 ਦੀ ਪਾਵਰ 1 2 ਦੀ 2 2 ਦੀ 3 2 ਦੀ 4 2 ਦੀ 5, ਇਹ 1 ਤੋਂ ਸ਼ੁਰੂ ਹੁੰਦੇ 1 2 3 4 5 ਨੈਚੁਰਲ ਨੰਬਰ। ਇਹਨੂੰ ਇਦਾਂ ਟੈਬੂਲਰ ਤੋਂ ਸੈੱਟ ਬਿਲਡਰ 4। थर्ड पार्ट देखो, मैं थोड़ा रब कर दूं, तरह 5 की पावर आ गई 5 5 का स्क्वायर 5 का क्यूब 5 की 4 5 की पावर 1। ਇਹਦਾ मतलब अगर इनू आप सैट बिल्डर से लिखना तो की आ गया x की है 5 की पावर n बिलोंग्स टू नेचुरल नंबर, एंड केड़ा नेचुरल नंबर, सारे नहीं, n किथे लाई करेगा 1 तो लैके 4 तक, 1 तो लैके 4 तक। तो यह साढ़े को होगी टैबुलर फॉर्म तो सैट बिल्डर फॉर्म।
ਇਹਦੇ दो पार्ट हो रहा है, खुद ट्राई करना, सिंपल ही है भी, है ना। चलो मैं फोर्थ भी करवा लूँ, इनफाइनाइट सेट है ना, फोर्थ भी पार्ट करवा लेना। ਤੁਹਾਨੂੰ ਡੇਲੀ ਦੇ ਡੇਲੀ ਹੁਣ ਤੁਹਾਡੀ ਐਡਮਿਸ਼ਨ ਵਗੈਰਾ ਹੋ ਗਈਆਂ, ਡੇਲੀ ਦੇ ਡੇਲੀ ਤੁਹਾਨੂੰ ਨੋਟਸ ਮਿਲਦੇ ਜਾਣਗੇ। 25-30 ਮਿੰਟਸ ਦੀ ਤੁਹਾਨੂੰ ਰੋਜ਼ ਵੀਡੀਓ ਅਪਲੋਡ ਹੁੰਦੀ ਜਾਏਗੀ ਐਕਸੈਪਟ ਸੰਡੇ। ਤੇ ਤੁਸੀਂ ਡੇਲੀ ਦੇ ਡੇਲੀ ਕਰੀ ਜਾਣਾ ਨਾਲੋਂ ਨਾਲ। ਇਹ ਆ ਗਿਆ 2 4 6 ਤੇ 10। ਇਹਨੂੰ ਆਪਾਂ ਕੀ ਲਿਖਣਾ, ਸੈਟ ਬਿਲਡਰ ਫਾਰਮ ਚ। ਹੁਣ ਇਹ ਦੇਖੋ ਕੀ ਹੈ ਭਲਾ, ਧਿਆਨ ਨਾਲ ਦੇਖੋ, ਇਹ ਕੀ ਹੈ 2 4 6। ਇਹਨੂੰ ਤੁਸੀਂ 2 ਦਾ ਮਲਟੀਪਲ ਵੀ ਲਿਖ ਸਕਦੇ ਹੋ, है ना। 2 1 ਦਾ 2, 2 2 ਦਾ 4, 2 3 ਦਾ 6, ਸੋ ਔਨ। ਇਹਨੂੰ ਤੁਸੀਂ ਦੋ ਤਰ੍ਹਾਂ ਲਿਖ ਸਕਦੇ ਹੋ। ਸੈਟ ਤੇ ਕੀ ਆ ਗਿਆ x, x ਕੀ ਹੈ 2n, n ਬਿਲੋਂਗਸ ਟੂ ਨੈਚੁਰਲ ਨੰਬਰ। ਹੁਣ ਇਹਦੇ ਵਿੱਚ ਆਪਾਂ ਨੇ ਰੋਕਣਾ ਨਹੀਂ ਹੈ ਕਿਹੜੇ ਨੈਚੁਰਲ ਨੰਬਰ, ਕਿਉਂਕਿ ਇਹ ਸੋ ਔਨ ਹੈ, ਚੱਲਦੇ ਪਏ ਹੈ। ਇਹਦਾ ਮਤਲਬ ਇਹ ਸਾਰੇ ਹੀ, ਤੇ ਜਿਹੜੇ ਸਾਰੇ ਹੀ ਹੋਣਗੇ ਫਿਰ ਆਪਾਂ ਇਹ ਚ n ਦੀ ਵੈਲਿਊ ਨੂੰ ਆਪਾਂ ਡਿਸਕ੍ਰਾਈਬ ਨਹੀਂ ਕਰਨਾ, ਜਿੱਦਾਂ ਪਿੱਛੇ ਕੀਤਾ ਨਾ 3 ਵਾਲੇ ਸਮ ਚ 3 6 9 12, ਉਹਦੇ ਵਿੱਚ ਆਪਾਂ n ਨੂੰ ਡਿਫਾਈਨ ਕਰਤਾ ਵੀ n ਕਿਹਦੇ ਵਿੱਚ ਹੈਗਾ 1 ਤੋਂ ਲੈ ਕੇ 4 ਤੱਕ, 2 ਦੀ ਪਾਵਰ ਹੀ, ਤੇ ਉਹ ਚ ਵੀ ਇਹਦੇ ਵਿੱਚ ਅਗਰ ਇਨਫਾਈਨਾਈਟ ਸੈੱਟ ਹੈ, ਖਤਮ ਹੀ ਨਹੀਂ ਹੁੰਦਾ, ਤੇ ਤੁਸੀਂ ਮੈਨੂੰ ਇਦਾਂ ਰਹਿਣ ਦੇਣਾ, ਬਸ ਖਤਮ ਹੋ ਗਿਆ। ਠੀਕ ਹੈ ਕਿ ਜੀ। ਹਾਂ, ਜਾਂ ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਹੋ, ਕਿਉਂਕਿ ਜਿਹੜੇ 2 ਦੇ ਮਲਟੀਪਲ ਹੁੰਦੇ ਉਹਨੂੰ ਕੀ ਕਹਿੰਦੇ ਆਪਾਂ, ਈਵਨ ਨੰਬਰ। ਤੁਸੀਂ ਇੰਨਾ ਵੀ ਲਿਖ ਸਕਦੇ x ਇਜ਼ ਸੈਟ ਆਫ ਈਵਨ ਨੰਬਰਸ। ਤੁਸੀਂ ਇਦਾਂ ਵੀ ਲਿਖ ਸਕਦੇ ਹੋ, ਦੋਨਾਂ ਦਾ ਸੇਮ ਹੈ, ਕੋਈ ਫਰਕ ਨਹੀਂ ਪਏਗਾ, ਜਿੱਦਾਂ ਮਰਜ਼ੀ ਲਿਖ ਦਿਓ। ਬਾਕੀ ਇਹ ਤੇ 6 ਸਮ ਹੈਗੇ, ਮੈਥ ਦੀ ਕਾਲਮ ਹੈਗਾ, ਦੇਖਣਾ। ਕੱਲ ਆਪਾਂ ਅਗਲੀ ਐਕਸਰਸਾਈਜ਼ ਸ਼ੁਰੂ ਕਰਾਂਗੇ 1.2। ਥੈਂਕ ਯੂ ਬੇਟਾ।